2022 ਦੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਗੱਠਜੋੜ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਅੱਜ ਜਿਹੜਾ ਹੈ ਖਰੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਦੇ ਦਫ਼ਤਰ ਦੇ ਵਿੱਚ ਜਿਹੜੀ ਅੱਜ ਇੱਕ ਭਰਵੀਂ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤੇ ਗਏ 2022 ਦੀ ਚੋਣਾਂ ਨੂੰ ਲੈ ਕੇ। ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਰਾਣਾ ਰਣਜੀਤ ਸਿੰਘ ਗਿੱਲ ਦੇ ਦਫ਼ਤਰ ਦੇ ਵਿੱਚ ਜਿੱਥੇ ਇਹ ਮੀਟਿੰਗ ਹੋ ਰਹੀ ਹੈ। ਕੀ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਕਿਹਾ ਹੈ, ਕੀ ਕਹਿਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ। ਅੱਜ ਸਾਡੀਆਂ ਦੋਨੋਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ, ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਔਰ ਇੱਕ ਦੂਜੇ ਨੂੰ ਮਿਲੇ ਹਾਂ ਇੱਕ ਦੂਜੇ ਨਾਲ, ਕਿਉਂਕਿ ਅਲਾਈਅੰਸ ਹੋਣ ਤੋਂ ਬਾਅਦ ਇਹ ਸਾਡੀ ਪਹਿਲੀ ਮੀਟਿੰਗ ਹੈ ਵੀ ਤੁਸੀਂ ਜੋ ਪਿਛਲੀ ਸਰਕਾਰ ਨੇ ਸਾਨੂੰ ਦਿੱਤਾ ਸੀ ਉਹ ਵੀ ਸਾਤੋਂ ਖੋਹ ਲਿਆ, ਪਰ ਉਹ ਕੁਝ ਲੋਕਾਂ ਨੂੰ ਆਪਣੇ ਬੰਦੇ ਬਾੜ ਕੇ ਕਿਸਾਨ ਨੇਤਾ ਦੇ ਭੇਸ ਦੇ ਵਿੱਚੋਂ ਜਾਣਬੁੱਝ ਕੇ ਕਰਾ ਰਹੇ ਨੇ। ਲੋਕਾਂ ਨੂੰ ਸਭ ਪਤਾ ਹੈ ਵੀ ਕੁਰਬਾਨੀ ਕਿਹੜੀ ਪਾਰਟੀ ਨੇ ਕੀਤੀ ਹੈ ਸਾਹਮਣੇ, ਵੀ ਤੁਸੀਂ ਜੋ ਪਿਛਲੀ ਸਰਕਾਰ ਨੇ ਸਾਨੂੰ ਦਿੱਤਾ ਸੀ ਉਹ ਵੀ ਸਾਤੋਂ ਖੋਹ ਲਿਆ, ਪਰ ਉਹ ਕੁਝ ਲੋਕਾਂ ਨੂੰ ਆਪਣੇ ਬੰਦੇ ਬਾੜ ਕੇ ਕਿਸਾਨ ਨੇਤਾ ਦੇ ਭੇਸ ਦੇ ਵਿੱਚੋਂ ਜਾਣਬੁੱਝ ਕੇ ਕਰਾ ਰਹੇ ਨੇ। ਲੋਕਾਂ ਨੂੰ ਸਭ ਪਤਾ ਹੈ ਵੀ ਕੁਰਬਾਨੀ ਕਿਹੜੀ ਪਾਰਟੀ ਨੇ ਕੀਤੀ ਹੈ ਸਾਹਮਣੇ। ਸਾਹਿਬ ਹੱਥੇ ਫੜ ਕੇ ਝੂਠੀ ਸਹੁੰ ਖਾ ਲਈ, ਜੋ ਝੂਠ ਦੀ ਪੰਡ ਸਾਬਤ ਹੋਇਆ, जिन्हें कोई भी वादा नहीं पूरा किया। समाज पार्टी और श्रोमणी अकाली दल के जोधे है ਉਹ ਜੰਗ ਦੇ ਮੈਦਾਨ 'ਚ ਉਤਰਨਗੇ। ਅੱਜ ਹੀ ਸਾਡੀਆਂ ਦੋਨੋਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ, ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਔਰ ਇੱਕ ਦੂਜੇ ਨੂੰ ਮਿਲੇ ਹਾਂ ਇੱਕ ਦੂਜੇ ਨਾਲ, ਕਿਉਂਕਿ ਅਲਾਈਅੰਸ ਹੋਣ ਤੋਂ ਬਾਅਦ ਇਹ ਸਾਡੀ ਪਹਿਲੀ ਮੀਟਿੰਗ ਹੈ। ਇਹ ਸਾਡੀ ਪਹਿਲੀ ਮੀਟਿੰਗ ਹੈ, ਸੋ ਅਸੀਂ ਅੱਜ ਸਾਰੀ ਲੀਡਰਸ਼ਿਪ ਸਾਡੀ ਦੋਨੋਂ ਪਾਰਟੀਆਂ ਦੀ ਇਕੱਠੀ ਹੋ ਕੇ ਅਸੀਂ ਇੱਕ ਦੂਜੇ ਨੂੰ ਮਿਲੇ, ਇੱਕ ਦੂਜੇ ਦੇ ਨੰਬਰ ਸ਼ੇਅਰ ਕੀਤੇ ਔਰ ਆਉਣ ਵਾਲੀ ਜੋ 2022 ਬਿਲਕੁਲ ਇਲੈਕਸ਼ਨ ਸਿਰ ਤੇ ਹੈ ਉਹਦੇ ਲਈ ਅਸੀਂ ਪਲੈਨਿੰਗ ਕੀਤੀ ਹੈ ਵੀ ਕਿਵੇਂ ਹੁਣ ਅਸੀਂ ਲੋਕਾਂ 'ਚ ਜਾਣਾ, ਕਿਉਂਕਿ ਸਾਡਾ ਗੱਠਜੋੜ ਹੋਣ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਦੇ 'ਚ ਹੜਕੰਬ ਮਚਿਆ ਹੋਇਆ ਇਸ ਟਾਈਮ, ਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ 1996 ਦੇ ਵਿੱਚ ਜਦੋਂ 13 ਸੀਟਾਂ 'ਚੋਂ 11 ਸੀਟਾਂ ਤੇ ਹੁੰਜਾ ਫਿਰ ਜਿੱਤ ਹੋਈ ਸੀ ਜਦੋਂ ਸਾਡਾ ਉਦੋਂ ਅਲਾਇੰਸ ਸੀ, ਔਰ ਜਿਹੜੀਆਂ 2 ਸੀਟਾਂ ਹਰੀਆਂ ਵੀ ਸੀ ਉਹ ਵੀ ਕੁਝ ਹਜ਼ਾਰ 2-2000 ਦਾ ਮੇਰੇ ਖਿਆਲ ਮਾਰਜਨ ਸੀ, ਜਿਹਦੇ ਹਰੀਆਂ ਮਤਲਬ ਟੋਟਲ ਹੁੰਜਾ ਫਿਰ ਜਿੱਤ ਹੋਈ ਸੀ। ਸੋ ਉਹਦੇ ਲਈ ਅਸੀਂ ਅੱਜ ਸਾਰੀਆਂ ਦੋਨੋਂ ਪਾਰਟੀਆਂ ਨੇ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕੀਤਾ ਔਰ ਇਹ ਫੈਸਲਾ ਕੀਤਾ ਵੀ ਕਿਹੜੇ ਮੁੱਦੇ ਲੈ ਕੇ ਜਾਣੇ ਨੇ। ਸਰ ਕਿਹੜੇ ਮੁੱਦੇ ਨੇ ਜਿਹੜੇ 2022 ਦੀ ਚੋਣਾਂ ਦੇ ਵਿੱਚ ਜਿਹੜੇ ਤੁਸੀਂ ਲੈ ਕੇ ਜਾਓਗੇ ਤੇ 2022 ਦਾ ਖਿਲਾਫ ਫਤਿਹ ਕਰੋਗੇ ਜੀ? ਦੇਖੋ, ਅਸੀਂ ਸਭ ਤੋਂ ਵੱਡਾ ਤਾਂ ਮੁੱਦਾ ਜਿਹੜਾ ਵਿਕਾਸ ਦਾ ਜੋ ਪਿਛਲੇ 10 ਸਾਲ ਅਸੀਂ ਕੀਤਾ ਹੋਇਆ ਲੋਕਾਂ ਦੇ ਪਰਖੇ ਹੋਏ ਆ, ਉਹ ਚੀਜ਼ ਲੋਕਾਂ 'ਚ ਦੇ ਕੇ ਜਾਵਾਂਗੇ ਵੀ ਜੋ ਉਸ ਸਰਕਾਰ ਵੇਲੇ 10 ਸਾਲ ਦੇ ਵਿੱਚ ਬਣਾਇਆ ਸੀ, ਇਹ ਸਰਕਾਰ ਨੇ ਆਉਂਦੀ ਨੇ ਜੋ ਫੈਸਿਲਿਟੀਆਂ ਲੋਕਾਂ ਨੂੰ ਉਦੋਂ ਮਿਲਦੀਆਂ ਸੀ ਉਹ ਵੀ ਖੋਲੀਆਂ ਨੇ। ਤਾਜ਼ਾ ਉਦਾਹਰਨ ਤੁਸੀਂ ਬਿਜਲੀ ਦੀ ਲੈ ਲਓ, ਉਦੋਂ ਜਦੋਂ 8-8 10-10 ਘੰਟੇ ਕੱਟ ਲੱਗਦੇ ਸੀ, ਉਦੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਵੀ ਮੈਂ ਪੰਜਾਬ ਨੂੰ ਸਰਪਲਸ ਬਿਜਲੀ ਦਾ ਸੂਬਾ ਬਣਾਉਣਾ ਹੈ। ਉਦੋਂ ਬੜਾ ਵਿਰੋਧੀਆਂ ਨੇ ਕਿਹਾ ਵੀ ਇਸ ਤੋਂ ਵੱਡੀ ਗੱਪ ਨਹੀਂ ਹੋ ਸਕਦੀ ਹੈ, ਇੱਥੋਂ ਤੱਕ ਲਫ਼ਜ਼ ਵਰਤੇ ਗਏ, ਲੇਕਿਨ ਉਹ ਸ਼ਖਸੀਅਤ ਨੇ ਸਰਪਲਸ ਸੂਬਾ ਬਣਾਇਆ ਔਰ ਲੋਕਾਂ ਨੂੰ 24 ਘੰਟੇ ਬਿਜਲੀ ਦਿੱਤੀ। ਲੇਕਿਨ ਇਹ ਸਰਕਾਰ ਨੇ ਆਉਂਦੀ ਨਹੀਂ, ਦੇਣਾ ਤਾਂ ਕੀ ਸੀ, ਜੋ ਹੈਗਾ ਸੀ ਉਹ ਵੀ ਲੋਕਾਂ ਤੋਂ ਖੋਹ ਲਿਆ। ਅੱਜ ਫੇਰ ਉਹੀ 8 ਤੋਂ 10-10 ਘੰਟੇ ਦੇ ਕੱਟ ਲੱਗ ਰਹੇ ਨੇ ਤੇ ਲੋਕ ਸੜਕਾਂ ਤੇ ਬੈਠਣ ਨੂੰ ਮਜਬੂਰ ਨੇ। ਇਹ ਮੁੱਦੇ ਲੈ ਕੇ ਅਸੀਂ ਲੋਕਾਂ 'ਚ ਜਾਣਾ ਵੀ ਤੁਸੀਂ ਉਹ ਸਰਕਾਰ ਦਾ ਦੇਖੋ ਜੋ ਦਿੱਤਾ ਸੀ ਉਹ ਵੀ ਇਹਨਾਂ ਨੇ ਸਾਤੋਂ ਖੋਹ ਲਿਆ। ਸੋ ਇਹ ਮੁੱਦੇ ਲੈ ਕੇ ਅਮਨ ਕਾਨੂੰਨ ਦੀ ਸਥਿਤੀ, ਹੋਰ ਕਿੰਨੇ ਮੁੱਦੇ ਨੇ, ਅਸੀਂ ਉਹ ਪਲੈਨਿੰਗ ਕੀਤੀ ਹੈ। ਸੋ ਸਾਰੇ ਹੀ ਅਸੀਂ ਦੋਨੋਂ ਪਾਰਟੀਆਂ ਦੇ ਜਿਹੜੀ ਸਾਡੀ ਲੀਡਰਸ਼ਿਪ ਅੱਜ ਅਸੀਂ ਫੈਸਲਾ ਕੀਤਾ, ਸੋ ਅਸੀਂ ਇਮੀਡੀਏਟ 2022 ਦਾ ਅੱਜ ਬਿਗਲ ਵਜਾਤਾ ਤੇ ਅਸੀਂ ਇਕੱਠੇ ਹੋ ਕੇ ਅਸੀਂ ਇਹਨੂੰ ਆਪਣੇ ਜਿੱਤ 'ਚ ਇਹਨੂੰ ਅਸੀਂ ਬਦਲਾਂਗੇ। ਤੁਹਾਨੂੰ ਲੱਗ ਰਿਹਾ ਗਿੱਲ ਸਾਹਿਬ 2022 ਦੀ ਚੋਣਾਂ ਦੇ ਵਿੱਚ ਲੋਕ ਤੁਹਾਡਾ ਸਾਥ ਦੇਣਗੇ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੀ ਜਿਹੜੇ ਕਾਂਗਰਸ ਦੇ ਬਰਾਬਰ ਹੀ ਵਿਰੋਧ ਹੋ ਰਿਹਾ ਹੈ ਜੀ? ਨਹੀਂ, ਦੇਖੋ, ਜਿਹੜਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਤੋਂ ਵੱਡੀ ਕੁਰਬਾਨੀ ਤਾਂ ਕਿਸੇ ਨੇ ਦਿੱਤੀ ਹੋਣੀ ਜੀ। ਪ੍ਰਾਈਮ ਮਿਨਿਸਟਰ ਤੋਂ ਦੂਜੇ ਨੰਬਰ ਦੀ ਕੁਰਸੀ ਛੱਡਣੀ, 25 ਸਾਲ ਦਾ ਸਾਡਾ ਅਲਾਇੰਸ ਜਿਹੜਾ ਗੱਠਜੋੜ ਸੀ ਉਹ ਛੱਡਣਾ,
ਉਹ ਇੱਕ ਬਹੁਤ ਵੱਡੀ ਕੁਰਬਾਨੀ ਹੈ। ਪਰ ਇਹ ਕੁਝ ਕਾਂਗਰਸ ਪਾਰਟੀ ਵੱਲੋਂ ਹੀ ਕੁਝ ਬੰਦੇ ਲਾ ਕੇ, ਕਿਉਂਕਿ ਉਹਨਾਂ ਦਾ ਵਿਰੋਧ ਹੋ ਰਿਹਾ, ਉਹਨਾਂ ਦਾ ਵਿਰੋਧ ਤਾਂ ਲੋਕ ਇਸ ਕਰਕੇ ਕਰ ਰਹੇ ਨੇ ਵੀ ਤੁਸੀਂ ਜੋ ਲੋਕ ਪਿਛਲੀ ਸਰਕਾਰ ਨੇ ਸਾਨੂੰ ਦਿੱਤਾ ਸੀ ਉਹ ਵੀ ਸਾਤੋਂ ਖੋਹ ਲਿਆ, ਪਰ ਉਹ ਕੁਝ ਲੋਕਾਂ ਨੂੰ ਆਪਣੇ ਬੰਦੇ ਬਾੜ ਕੇ ਕਿਸਾਨ ਨੇਤਾ ਦੇ ਭੇਸ ਦੇ ਵਿੱਚੋਂ ਜਾਣਬੁੱਝ ਕੇ ਕਰਾ ਰਹੇ ਨੇ। ਲੋਕਾਂ ਨੂੰ ਸਭ ਪਤਾ ਹੈ ਵੀ ਕੁਰਬਾਨੀ ਕਿਹੜੀ ਪਾਰਟੀ ਨੇ ਕੀਤੀ ਹੈ ਸਾਹਮਣੇ। ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਕਾਂਗਰਸ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ। ਬਿਲਕੁਲ ਜੀ, ਬਿਲਕੁਲ। ਪਹਿਲਾਂ ਦੇਖੋ ਬੇਅਦਬੀ ਦੇ ਮੁੱਦਿਆਂ ਤੇ ਬਦਨਾਮ ਕੀਤਾ, ਹੁਣ ਉਹਨਾਂ ਨੂੰ ਜੋ ਹਾਈ ਕੋਰਟ ਤੋਂ ਜੋ ਮੈਂ ਕਹਿੰਦਾ ਸ਼ੀਸ਼ਾ ਦਿਖਾਇਆ ਗਿਆ ਹਾਈ ਕੋਰਟ ਨੇ, ਅਸੀਂ ਤਾਂ ਗਏ ਨਹੀਂ ਸੀ, ਅਸੀਂ ਤਾਂ ਕੋਈ ਵਕੀਲ ਨਹੀਂ ਸੀ ਖੜਾ ਕੀਤਾ। ਹਾਈ ਕੋਰਟ ਨੇ ਜੋ ਸ਼ੀਸ਼ਾ ਦਿਖਾਇਆ, ਇੱਕ ਇੱਕ ਪਹਿਰੇ ਤੇ ਉਹਨਾਂ ਨੇ ਜਾ ਕੇ ਕਮੈਂਟਸ ਕੀਤਾ ਹਾਈ ਕੋਰਟ ਨੇ। ਸੋ ਉਹ ਤੋਂ ਬੁਖਲਾ ਕੇ ਇਹ ਔਰ ਦੂਜਾ ਸਾਡੇ ਗੱਠਜੋੜ ਤੋਂ ਬੁਖਲਾ ਕੇ ਇਦਾਂ ਦੀਆਂ ਹੁਣ ਕੁਝ ਹਰਕਤਾਂ ਕਰ ਰਹੇ ਨੇ। ਅੱਜ ਦੀ ਜਿਹੜੀ ਮੀਟਿੰਗ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਗੱਠਜੋੜ ਹੋਣ ਤੋਂ ਪਹਿਲੀ ਮੀਟਿੰਗ ਹੋਈ ਹੈ, ਤਾਲਮੇਲ ਆਪਸ ਵਿੱਚ ਅਸੀਂ ਇੱਕ ਦੂਜੇ ਨਾਲ ਜਾਣ ਪਛਾਣ ਕੀਤੀ ਹੈ। ਔਰ ਜਿਹੜੀ ਅੱਜ ਦੀ ਮੀਟਿੰਗ ਦੇ ਅੰਦਰ ਜੋ ਵਰਕਰਾਂ ਦੇ ਹੌਸਲੇ ਤੁਸੀਂ ਉਹਨਾਂ ਦੇ ਚਿਹਰਿਆਂ ਤੋਂ ਪੜ੍ਹ ਸਕਦੇ ਹੋ ਕਿ ਜਿਹੜੀ ਆਉਣ ਵਾਲੀ ਲੜਾਈ ਕਿਹੋ ਜਿਹੀ ਹੋਣੀ ਹੈ। ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਯੋਧੇ ਹੈ ਉਹ ਜੰਗ ਦੇ ਮੈਦਾਨ 'ਚ ਉਤਰਨਗੇ ਔਰ ਹਰ ਹਿੱਲੇ ਜੋ 2022 ਦੀ ਜਿਹੜੀ ਲੜਾਈ ਹੈ ਅਸੀਂ ਉਹਨੂੰ ਜਿੱਤ ਕੇ, ਔਰ ਜੋ ਲੰਮੇ ਸਮੇਂ ਤੋਂ ਜਿਹੜੇ ਲੋਕ ਹੈ ਜੋ ਵਿਕਾਸ ਦੇ ਪੱਖੋਂ ਤੁਸੀਂ ਦੇਖਿਆ ਕਿ ਕੈਪਟਨ ਅਮਰਿੰਦਰ ਜਿਹਨੇ ਗੁਟਕਾ ਸਾਹਿਬ ਹੱਥੇ ਫੜ ਕੇ ਝੂਠੀ ਸਹੁੰ ਖਾ ਲਈ, ਜੋ ਝੂਠ ਦੀ ਪੰਡ ਸਾਬਤ ਹੋਇਆ, ਜਿਹਨੇ ਕੋਈ ਵੀ ਵਾਅਦਾ ਨਹੀਂ ਪੂਰਾ ਕਰਿਆ ਔਰ ਫੇਲ ਹੋ ਗਿਆ। ਬਿਜਲੀ ਸੰਕਟ ਨੂੰ ਲੈ ਕੇ ਫੇਲ ਹੋ ਗਈ ਸਰਕਾਰ। ਔਰ ਇਸ ਕਰਕੇ ਸਤਿਕਾਰਯੋਗ ਸਾਥੀਓ, ਅਸੀਂ ਆਉਣ ਵਾਲੀ ਜਿਹੜੀ 2022 ਦੀ ਜਿਹੜੀ ਇਲੈਕਸ਼ਨ ਹਰ ਹਿੱਲੇ ਜਿੱਤ ਕੇ ਲੋਕਾਂ ਨੂੰ ਇਨਸਾਫ ਸਰਕਾਰ ਦੇਵਾਂਗੇ। ਦੇਖੋ ਜਿੱਤਣ ਦੇ ਨਾਲ ਜਿਹੜੀ ਪੰਜਾਬ ਦੇ ਅੰਦਰ ਕਿਆ ਜਿਹੜੀ ਅਨਪਲੋਇਮੈਂਟ ਹੈਗੀ ਹੈ, ਨੌਜਵਾਨ ਵਰਗ ਜਿਹੜਾ ਪੜ੍ਹਿਆ ਲਿਖਿਆ ਫਿਰਦਾ ਹੈ, ਮਾਪਿਆਂ ਨੇ ਉਹਨਾਂ ਨੂੰ ਬੜੀਆਂ ਉਮੀਦਾਂ ਦੇ ਨਾਲ ਪੜ੍ਹਾਇਆ ਸੀ। ਕੋਈ ਸਾਡੇ ਹਲਕੇ ਦੇ ਅੰਦਰ ਗੱਲ ਕਰ ਲਈਏ, ਕੋਈ ਬੀਟੈਕ, ਕੋਈ ਐਮਟੈਕ, ਕੋਈ ਗ੍ਰੈਜੂਏਟ ਕਰੀ ਫਿਰਦੇ ਬੰਦੇ, ਔਰ ਦੁਖਾਂਤ ਨਾਲ ਕਹਿਣਾ ਪੈ ਰਿਹਾ ਹੈ ਕਿ ਉਹਨਾਂ ਨੂੰ ਕੋਈ ਵੀ ਅਨਪਲੋਇਮੈਂਟ ਨਹੀਂ ਹੈਗੀ, ਕੋਈ ਨੌਕਰੀ ਨਹੀਂ ਹੈਗੀ, ਕੋਈ ਸੁਵਿਧਾ ਨਹੀਂ ਹੈਗੀ। ਕੈਪਟਨ ਸਾਹਿਬ ਜਿਸ ਦਿਨ ਦਾ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ ਦਾ ਗੱਠਜੋੜ ਹੋਇਆ ਹੈ, ਉਸ ਦਿਨ ਦੀਆਂ ਜਿਹੜੀਆਂ ਲੱਤਾਂ ਕੰਬਦੀਆਂ ਉਹ ਆਪਣੇ ਮਹਿਲ ਚੋਂ ਬਾਹਰ ਨਹੀਂ ਆ ਰਿਹਾ। ਉਹਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜੀਆਂ ਤੂੰ ਝੂਠੇ ਕਸਮਾਂ ਖਾ ਕੇ ਵਾਅਦੇ ਕਰਕੇ ਜਿਹੜੀਆਂ ਇਹ ਤੂੰ ਸਰਕਾਰ ਬਣਾਈ ਸੀ ਆਪਣੀ ਗੁਟਕਾ ਸਾਹਿਬ ਚ ਫੜ ਕੇ, ਪਰ ਉਸ ਨੂੰ ਜਿਹੜੇ ਵਾਅਦੇ ਪੂਰੇ ਨਹੀਂ ਕੀਤੇ। ਇਸ ਵਾਰ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਆਪਣੀ ਸਰਕਾਰ ਬਣਾ ਕੇ ਇਹ ਜਿਹੜੇ ਵਾਅਦਿਆਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਲਾਗੂ ਕਰਾਂਗੇ। ਤੇ ਕੀ ਲੱਗਦਾ ਹੈ ਕਿ 2022 ਦੀ ਚੋਣਾਂ ਦੇ ਵਿੱਚ ਕਿਲਾ ਫਤਿਹ ਹੋਊਗਾ ਜੀ? ਯੈਸ, ਪੱਕੀ ਸਾਨੂੰ ਉਮੀਦ ਹੈਗੀ ਹੈ, ਕਿਉਂਕਿ ਇਹ ਕਿਦਾ ਜਿਸ ਦਿਨ ਸਮਝੌਤਾ ਹੋਇਆ ਸੀ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ ਦਾ, ਉਸ ਦਿਨ ਪੂਰੇ ਪੰਜਾਬ ਦੇ ਅੰਦਰ ਪੂਰਾ ਧੂਮ ਧੜਾਕੇ ਦੇ ਨਾਲ ਮਤਲਬ ਇਹ ਜਸ਼ਨ ਮਨਾਏ ਗਏ ਸੀ। ਇਹ ਪੂਰੇ ਵਰਲਡ ਵਿੱਚ ਗੱਲ ਗਈ ਸੀ ਕਿ ਇਸ ਵਾਰ ਬਹੁਜਨ ਸਮਾਜ ਪਾਰਟੀ ਔਰ ਬੀਐਸਪੀ ਸਰਕਾਰ ਆ ਰਹੀ ਹੈ। ਦੇਖੋ, ਜਿਹੜਾ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਅਲਾਇੰਸ ਹੋਇਆ, ਇਹ ਬੜਾ ਇਤਿਹਾਸਕ ਫੈਸਲਾ। ਸੋ ਸੁਭਾਵਿਕ ਹੈ ਕਿ ਜਿਵੇਂ ਪਹਿਲਾਂ ਅੱਜ ਤੋਂ 25 ਸਾਲ ਪਹਿਲਾਂ ਵੀ ਬਹੁਜਨ ਸਮਾਜ ਪਾਰਟੀ ਨਾਲ ਅਲਾਇੰਸ ਹੋਇਆ ਸੀ, ਹੁੰਜਾ ਫਿਰ ਪੰਜਾਬ 'ਚ ਲੋਕ ਸਭਾ ਸੀਟਾਂ ਜਿੱਤੀਆਂ ਸੀ, ਪਰ ਸਾਨੂੰ ਪੂਰਨ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ 2022 'ਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਹੁੰਜਾ ਫਿਰ ਜਿੱਤ ਕਰਕੇ ਆਪਣੀ ਸਰਕਾਰ ਬਣਾਏਗੀ। ਪਰ ਅੱਜ ਜਿਹੜੀਆਂ ਤਾਲਮੇਲ ਕਮੇਟੀਆਂ ਬਣਾਈਆਂ ਸੀ, ਉਹ ਸਾਰੇ ਵਰਕਰਾਂ ਨੂੰ ਸਰਗਰਮ ਕਰਕੇ 2022 'ਚ ਸਰਦਾਰ ਰਣਜੀਤ ਸਿੰਘ ਗਿੱਲ ਸਾਹਿਬ ਨੂੰ ਹਲਕਾ ਖਰੜ ਤੋਂ ਅਸੀਂ ਐਮਐਲਏ ਬਣਾ ਕੇ ਵਿਧਾਨ ਸਭਾ 'ਚ ਭੇਜਣਾ। ਤਾਲਮੇਲ ਕਮੇਟੀਆਂ ਨੂੰ ਕੀ ਨਿਰਦੇਸ਼ ਦਿੱਤੇ ਗਏ ਨੇ ਜੀ? ਦੇਖੋ, ਤਾਲਮੇਲ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਾਰੇ, ਭਾਵੇਂ ਉਹ ਅਕਾਲੀ ਦਲ ਦੇ ਹੋਣ, ਭਾਵੇਂ ਉਹ ਬਹੁਜਨ ਸਮਾਜ ਪਾਰਟੀ ਦੇ ਹੋਣ, ਇੱਕ ਦੂਜੇ ਨਾਲ ਤਾਲਮੇਲ ਕਰਕੇ ਪਿੰਡ ਲੈਵਲ ਤੇ ਮੀਟਿੰਗਾਂ ਰੱਖਣਗੇ ਔਰ ਉਹ ਤੋਂ ਬਾਅਦ ਸਰਕਲ ਲੈਵਲ ਤੇ ਫਿਰ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਕਰਕੇ ਅਸੀਂ ਸਾਰੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਸਰਗਰਮ ਕਰਾਂਗੇ। ਤੁਹਾਨੂੰ ਲੱਗਦਾ ਹੈ ਕਿ 2022 ਦੇ ਵਿੱਚ ਲੋਕਾਂ ਦਾ ਭਰੋਸਾ ਜਿੱਤਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਾਮਯਾਬ ਹੋਵੇਗੀ ਜੀ? ਦੇਖੋ, ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਬਹੁਤ ਸਾਰੇ ਪਰਿਵਾਰ, ਭਾਵੇਂ ਉਹ ਕਿਸੇ ਵੀ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਸ਼ਮੂਲੀਅਤ ਕਰਨਗੇ। ਸੁਭਾਵਿਕ ਹੈ ਕਿ 2022 'ਚ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਸਰਕਾਰ ਬਣੇਗੀ। ਅਸੀਂ ਆਪਣੇ ਐਸੀ ਵਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਜੋ ਬਹੁਜਨ ਸਮਾਜ ਪਾਰਟੀ ਦੇ ਨਾਲ ਸਾਡਾ ਤਾਲਮੇਲ ਹੋਇਆ, ਉਹ ਤਾਲਮੇਲ ਨੂੰ ਮੁੱਖ ਰੱਖਦੇ ਹੋਇਆ ਅਸੀਂ ਹਮੇਸ਼ਾ ਹੀ ਦੋਨੋਂ ਪਾਰਟੀਆਂ, ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ, ਇਹ ਸਾਡੇ ਦੋ ਭਰਾਵਾਂ ਦਾ ਜਿਹੜਾ ਜੋੜ ਹੈ, ਇਹ ਬਹੁਤ ਵਧੀਆ ਜੋੜ ਹੋਇਆ। ਔਰ ਉਹਦੇ ਵਿੱਚ ਅਸੀਂ ਜਿਹੜੇ ਆਉਣ ਵਾਲੀਆਂ ਚੋਣਾਂ ਨੇ 2022 ਦੀਆਂ, ਉਹਦੇ ਵਿੱਚ ਅਸੀਂ ਇੱਕ ਦਾਅਵੇ ਨਾਲ ਕਹਿ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਆਪਣੀ ਸਰਕਾਰ ਬਣਾਏਗੀ
ਔਰ ਆਪਣੀ ਸਰਕਾਰ ਬਣਾ ਕੇ ਜਿਹੜੇ ਦਲਿਤ ਵਰਗ ਹੈ ਔਰ ਜੋ ਹੋਰ ਲੋਕਾਂ ਦੇ ਮੁੱਦੇ ਨੇ ਉਹਨਾਂ ਨੂੰ ਪਹਿਲੇ ਆਧਾਰ ਤੇ ਸਰਕਾਰ ਕੋਲ ਰੱਖ ਕੇ ਅਸੀਂ ਉਹ ਹੱਲ ਕਰਾਵਾਂਗੇ ਔਰ ਹੱਲ ਕਰਾ ਕੇ ਆਪਣੇ ਹਲਕੇ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਸਾਰੇ ਭਰਾਵਾਂ ਨੂੰ ਇੱਕ ਮੁੱਠ ਹੋ ਕੇ ਚੱਲਣ ਦਾ ਵੀ ਅਸੀਂ ਸੰਦੇਸ਼ਾ ਦਿੱਤਾ। ਇਸ ਸੰਦੇਸ਼ੇ ਨੂੰ ਅਸੀਂ ਹਰ ਜਗ੍ਹਾ ਪਹੁੰਚਾਉਂਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਐਸ ਵਿੰਗ ਔਰ ਬਹੁਜਨ ਸਮਾਜ ਪਾਰਟੀ ਇੱਕ ਹੋ ਕੇ ਚੱਲੇਗੀ ਔਰ ਜਿੱਥੇ ਵੀ ਸਾਡੀ ਲੋੜ ਹੋਏਗੀ ਅਸੀਂ ਦੋ ਪਾਰਟੀਆਂ ਹਰ ਜਗ੍ਹਾ ਖੜਨਗੀਆਂ। ਜੋ ਅੱਜ ਦੀ ਮੀਟਿੰਗ ਬਹੁਜਨ ਸਮਾਜ ਪਾਰਟੀ ਦੇ ਅਕਾਲੀ ਦਲ ਦੀ ਹੋਈ ਹੈ, ਇਹਦੇ ਵਿੱਚ ਅੱਜ ਅਸੀਂ ਤਾਲਮੇਲ ਕਮੇਟੀਆਂ ਬਣਾਈਆਂ ਜਿਹੜੀਆਂ ਕਿ ਵੋਟਰਾਂ ਨੂੰ ਔਰ ਆਪਣੇ ਵਰਕਰਾਂ ਵਾਸਤੇ ਵਿੱਚ ਤਾਲਮੇਲ ਕਰਕੇ ਜੋ ਆਉਣ ਵਾਲੀ 2022 ਦੀ ਵਿਧਾਨ ਸਭਾ ਦੀ ਇਲੈਕਸ਼ਨ ਹੈ, ਅਸੀਂ ਰਲ ਮਿਲ ਸਾਰੇ ਇੱਕਮਿਕ ਹੋ ਕੇ ਇਲੈਕਸ਼ਨ ਦੀ ਜਿੱਤਣ ਦੀ ਤਿਆਰੀ ਕੀਤੀ ਉਹਦੇ ਵਿੱਚ, ਤਾਂ ਕਿ ਜੋ ਛਾਨੇ ਵਿੱਚ ਅਸੀਂ ਉਂਝਾ ਫਿਰ ਜਿੱਤ ਪ੍ਰਾਪਤ ਕੀਤੀ ਹੈ ਦੋਹਾਂ ਪਾਰਟੀਆਂ ਉਦੋਂ ਵੀ ਲਾਈਨ ਸੀਗਾ, ਤਾਂ ਕਿ ਆਉਣ ਵਾਲੀ 22 ਦੇ ਵਿੱਚ ਜੋ ਇਲੈਕਸ਼ਨ ਹੋਣਾ ਉਹਦੇ ਵਿੱਚ ਅਸੀਂ ਸਾਰੀਆਂ ਸੀਟਾਂ ਮੈਕਸੀਮਮ ਵੱਧ ਤੋਂ ਵੱਧ ਮਾਰਜਨ ਨਾਲ ਜਿੱਤ ਸਕੀਏ। ਸਿਰਫ ਜਿੱਦੀ ਗੱਲ ਨਹੀਂ ਹੈਗੀ, ਉਹਦੇ ਮਾਰਜਨ ਲੈਣਾ ਬਹੁਤ ਬੜੀ ਗੱਲ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 2022 ਦੇ ਵਿੱਚ ਹੁੰਝਾ ਹੋਈ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਸੱਤਾ ਦੇ ਹਾਸਲ ਹੋਵਾਂਗੇ। ਅਗਰ ਸਿੰਘ ਧਬਾਲੀ ਮੁਲਾਜ਼ਮ ਆਗੂ ਜਨਰਲ ਸੈਕਟਰੀ ਪੰਜਾਬ ਮੁਲਾਜ਼ਮ ਵਿੰਗ ਵੱਲੋਂ ਅੱਜ ਜਿਹੜਾ ਸਮਝੌਤਾ ਹੋਇਆ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ ਦਾ, ਉਸ ਤੋਂ ਬਾਅਦ ਜਿਹੜੀ ਇੱਥੇ ਮੀਟਿੰਗ ਹੋਈ ਉਹਦੇ ਵਿੱਚ ਆਪਸ ਦੇ ਵਿੱਚ ਮਿਲਣ ਦੀ ਗੱਲ ਚੱਲੀ, ਪਰ ਉਹਦੇ ਵਿੱਚ ਸਾਡੇ ਜਿਹੜੇ 22 ਦੇ ਮੁੱਦੇ ਹੋਣਗੇ, ਇਹ ਮੁੱਦੇ ਇਹ ਹੋਣਗੇ ਮਹਿੰਗਾਈ ਦੇ, ਕਿਉਂਕਿ ਜਿਹੜੀ ਸਰੋਂ ਦੇ ਤੇਲ ਦੀ ਬੋਤਲ 100 ਰੁਪਏ ਦੀ ਮਿਲਦੀ ਸੀ ਅੱਜ 200 ਰੁਪਏ ਦੀ ਮਿਲਦੀ ਹੈ, ਜਿਹੜਾ ਪੈਟਰੋਲ 70 ਰੁਪਏ ਹੁੰਦਾ ਸੀ ਅੱਜ 100 ਨੂੰ ਟੱਪ ਗਿਆ, ਡੀਜ਼ਲ 90 ਦਾ ਹੋ ਗਿਆ। ਸੋ ਜਿਹੜੇ ਮਹਿੰਗਾਈ ਦੇ ਮੁੱਦੇ ਨੇ ਉਹਨੂੰ ਲੈ ਕੇ ਵੀ ਪਾਰਟੀ ਚੱਲੇਗੀ ਔਰ ਸਭ ਤੋਂ ਜ਼ਿਆਦਾ ਅਸੀਂ ਜਿਹੜਾ ਮੁੱਦਾ ਸਾਡਾ ਉਹ ਮੁਲਾਜ਼ਮਾਂ ਦਾ ਹੈ। ਇਸ ਸਰਕਾਰ ਨੇ, ਕਾਂਗਰਸ ਸਰਕਾਰ ਨੇ 4.5 ਸਾਲ ਦੇ ਵਿੱਚ ਜਿੰਨਾ ਮੁਲਾਜ਼ਮਾਂ ਦਾ ਗਲ ਘੁੱਟਿਆ ਕਿਸੇ ਦਾ ਨਹੀਂ ਘੁੱਟਿਆ, ਕਿਉਂਕਿ 17% ਸਾਡਾ ਹੁਣ ਤੱਕ ਡੀਏ ਰੱਖੀ ਬੈਠੇ ਹੈ ਔਰ ਉਹਦਾ ਬਕਾਇਆ ਰੱਖੀ ਬੈਠੇ ਹੈ, 4.5 ਸਾਲ ਤੋਂ ਪੇ ਕਮਿਸ਼ਨ ਰੱਖੀ ਬੈਠੇ ਹੈ, ਜੇ ਹੁਣ ਦਿੱਤਾ ਤਾਂ ਲੰਗੜਾ ਦਿੱਤਾ ਹੈ। ਇਸ ਲਈ ਇਹ ਚੀਜ਼ਾਂ ਜਿਹੜਾ ਅਸੀਂ ਮੁੱਦਾ ਬਣਾ ਕੇ ਚੱਲਾਂਗੇ, ਕਿਉਂਕਿ 2,84,000 ਸਾਡੇ ਮੁਲਾਜ਼ਮ ਨੇ, 3,70,000 ਸਾਡੇ ਪੈਨਸ਼ਨਰ ਨੇ, ਇਹ ਲਗਭਗ 6 ਲੱਖ ਬਣਦਾ ਹੈ। 6 ਲੱਖ ਜੇ ਇੱਕ ਬੰਦੇ ਨਾਲ 10 ਵੋਟਾਂ ਵੀ ਲਾਈਏ ਤਾਂ ਕਿੰਨਾ ਸਾਡੀ ਵੋਟ ਬਣਦੀ ਹੈ। ਅਸੀਂ ਇਸ ਸਰਕਾਰ ਨੂੰ, ਕਾਂਗਰਸ ਸਰਕਾਰ ਨੂੰ ਇਸ ਲਈ ਪਲਟਾ ਦੇਵਾਂਗੇ ਕਿਉਂਕਿ ਇਹਨਾਂ ਨੇ ਮੁਲਾਜ਼ਮਾਂ ਨੂੰ ਵੀ ਦੁਖੀ ਕੀਤਾ, ਇਹਨਾਂ ਨੇ ਕਿਸਾਨਾਂ ਨੂੰ ਵੀ ਦੁਖੀ ਕੀਤਾ, ਇਹਨਾਂ ਨੇ ਮਜ਼ਦੂਰਾਂ ਨੂੰ ਵੀ ਦੁਖੀ ਕੀਤਾ। ਕੋਈ ਵੀ ਅੱਜ ਇਹਨਾਂ ਤੋਂ ਸੁਖੀ ਨਹੀਂ, ਹਰ ਇੱਕ ਪਰ ਇਹ ਡਾਂਗ ਫੇਰਦੇ ਨੇ, ਚਾਹੇ ਉਹ ਕੱਚੇ ਮੁਲਾਜ਼ਮ ਨੇ ਚਾਹੇ ਪੱਕੇ ਮੁਲਾਜ਼ਮ ਨੇ। ਮੈਂ ਇੱਥੇ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਇਹੀ ਦੱਸਣਾ ਚਾਹੁੰਦਾ ਕਿ ਸਾਰੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਅੱਜ ਇਕਮੁੱਠ ਹੋ ਕੇ ਅਕਾਲੀ ਦਲ ਦਾ ਜਿਹੜਾ ਸਮਰਥਨ ਦੇਣ ਲਈ ਇੱਥੇ ਇਕੱਠੇ ਹੋਏ ਸੀ, ਆਪਸ ਦੇ ਵਿੱਚ ਮਿਲਣ ਦੇ ਹੋਇਆ। ਇੰਨਾ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣੇ ਲਿਆ ਕਿ ਰਾਣਾ ਰਣਜੀਤ ਸਿੰਘ ਗਿੱਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਕਿਹਾ ਹੈ ਕਿ ਇੱਕ ਤਾਲਮੇਲ ਕਮੇਟੀ ਜਿਹੜੀ ਹੈ ਬਣਾਈ ਗਈ ਹੈ, ਸ਼ਹਿਰ ਪੱਧਰ ਤੇ ਪਿੰਡਾਂ ਪੱਧਰ ਤੇ ਜਿਹੜੀ ਹੈ ਕਮੇਟੀਆਂ ਦਾ ਗਠਨ ਕੀਤਾ ਗਿਆ ਤਾਂ ਜੋ 2022 ਦੀ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜੇ ਤੇ 2022 ਦੀ ਇਹਨਾਂ ਨੇ ਆਸ ਲਗਾਈ ਹੈ ਕਿ 2022 ਦੀ ਚੋਣਾਂ ਦੇ ਵਿੱਚ ਬਹੁਤ ਹੀ ਮਾਰਜਨ ਦੇ ਨਾਲ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਖਰੜ ਹਲਕੇ ਤੋਂ ਸੀਟ ਜਿਤਾ ਕੇ ਰਾਣਾ ਰਣਜੀਤ ਸਿੰਘ ਗਿੱਲ ਨੂੰ ਕਾਮਯਾਬ ਬਣਾਉਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਇਹਨਾਂ ਨੇ ਸ਼ਹਿਰ ਪੱਧਰ ਤੇ ਪਿੰਡ ਪੱਧਰ ਤੇ ਜਿਹੜੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਗਠਨ ਵੀ ਕਮੇਟੀਆਂ ਕਰ ਦਿੱਤੀਆਂ ਨੇ, ਲੋਕਾਂ ਦਾ ਭਰੋਸਾ ਹੈ ਜਿੱਤਣ ਦੇ ਵਿੱਚ ਕਿੰਨਾ ਕਾਮਯਾਬ ਹੁੰਦੇ ਨੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ।